Dear students, ਅੱਜ ਅਸੀਂ prepositions ਕਰਦੇ ਹਾਂ ਬਈ। prepositions ਅਜਿਹੇ ਸ਼ਬਦ ਨੂੰ preposition ਕਿਹਾ ਜਾਂਦਾ ਹੈ ਜੋ ਸਥਾਨ ਸਥਾਨ ਮਤਲਬ ਪਲੇਸ, ਦਿਸ਼ਾ ਡਾਇਰੈਕਸ਼ਨ, ਸਾਧਨ ਸੋਰਸ, ਢੰਗ ਮੈਥਡ ਆਦਿ ਦਾ ਬੋਧ ਕਰਵਾਉਣ ਲਈ, ਆਦਿ ਦਾ ਬੋਧ ਮਤਲਬ ਗਿਆਨ ਕਰਵਾਉਣ ਲਈ ਨਾਉਨ ਜਾਂ ਪ੍ਰਨਾਉਨ ਤੋਂ ਪਹਿਲਾਂ ਲਗਾਇਆ ਹੋਵੇ। ਮਤਲਬ ਇਹਨਾਂ ਚੀਜ਼ਾਂ ਦਾ ਜਿਵੇਂ ਪਲੇਸ ਹੈ, ਸੋਰਸ ਹੈ, ਡਾਇਰੈਕਸ਼ਨ ਹੈ, ਮੈਥਡ ਹੈ, ਇਹਨਾਂ ਚੀਜ਼ਾਂ ਦਾ ਗਿਆਨ ਕਰਵਾਉਣ ਲਈ ਕਿਸੇ ਨਾਉਨ ਜਾਂ ਪ੍ਰਨਾਉਨ ਤੋਂ ਪਹਿਲਾਂ ਲਗਾਇਆ ਜਾਂਦਾ ਹੈ। ਨਾਉਨ ਜਾਂ ਪ੍ਰਨਾਉਨ ਤੋਂ ਪਹਿਲਾਂ ਲਗਾਇਆ ਜਾਂਦਾ ਹੈ। ਠੀਕ ਹੈ ਬਈ। ਜਿਵੇਂ ਦੇਖੋ ਇਨ ਦਾ ਰੂਮ ਦੇਖੋ ਨਾਉਨ ਹੈ ਬਈ, ਉਹ ਤੋਂ ਪਹਿਲਾਂ ਲੱਗਿਆ। ਠੀਕ ਹੈ। ਦ ਸਿਟੀ, ਟਵਾਰਡਸ, ਦ ਫੋਰੈਸਟ, ਥਰੂ, ਆਲ ਮੀਨਸ, ਬਾਈ ਲੱਗ ਗਿਆ। ਫਿਰ ਹੈਗਾ ਇਨਟੂ, ਦਾ ਬੈਲ ਨਾਉਨ ਹੈ। ਬਿਸਾਈਡ ਮੀ ਪ੍ਰਨਾਉਨ ਹੈ। ਬਿਟਵੀਨ ਅਸ ਪ੍ਰਨਾਉਨ ਹੈ। ਠੀਕ ਹੈ ਬਈ। ਅੱਗੇ ਦੇਖੋ ਯੂਜ਼ ਆਫ ਸਮ ਪ੍ਰੀਪੋਜੀਸ਼ਨਸ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ, ਸਭ ਤੋਂ ਪਹਿਲਾਂ ਐਟ ਦੀ ਵਰਤੋਂ ਬਾਰੇ ਗੱਲ ਕਰਾਂਗੇ ਵੀ ਐਟ ਦੀ ਵਰਤੋਂ ਕਿੱਥੇ ਹੁੰਦੀ ਹੈ। ਐਟ ਦੀ ਵਰਤੋਂ ਛੋਟੇ ਸ਼ਹਿਰਾਂ ਸਮੌਲ ਸਿਟੀਜ਼ ਲਾ ਲਓ ਅਤੇ ਪਿੰਡ ਵਿਲੇਜਸ ਦੇ ਨਾਵਾਂ ਦੇ ਨਾਲ ਕੀਤੀ ਜਾਂਦੀ ਹੈ। ਜਿਵੇਂ ਮੋਹਨ ਲਿਵਜ਼ ਐਟ ਬੋਹਾ। ਐਟ ਪ੍ਰੈਪੋਜੀਸ਼ਨ ਹੈ, ਬੋਹਾ ਨਾਉਨ ਹੈ। ਠੀਕ ਹੈ ਵੀ ਆਪਾਂ ਨੇ ਗੱਲ ਕੀਤੀ ਸੀ ਨਾਉਨ ਜਾਂ ਪ੍ਰਨਾਉਨ ਤੋਂ ਪਹਿਲਾਂ। ਠੀਕ ਹੈ। ਫਿਰ ਰੀਟਾ ਬੋਰਨ ਐਟ ਗਾਮੀਵਾਲਾ ਨਾਉਨ ਹੈ, ਐਟ ਕੀ ਹੈ, ਪ੍ਰੈਪੋਜੀਸ਼ਨ ਹੈ। ਠੀਕ ਹੈ ਬਈ। ਛੋਟੇ ਸ਼ਹਿਰਾਂ ਜਾਂ ਪਿੰਡਾਂ ਦੇ ਨਾਂ ਤੋਂ ਪਹਿਲਾਂ, ਠੀਕ ਹੈ, ਨਾਮ ਜਾਂ ਪ੍ਰਨਾਮ ਤੋਂ ਪਹਿਲਾਂ ਲੱਗਦਾ ਇਹ। ਐਟ ਦੀ ਵਰਤੋਂ ਬਈ ਪੁਆਇੰਟ ਆਫ ਟਾਈਮ ਦੇ ਲਈ ਵੀ ਕੀਤੀ ਜਾਂਦੀ ਹੈ। ਪੁਆਇੰਟ ਆਫ ਟਾਈਮ, ਠੀਕ ਹੈ, ਐਗਜ਼ੈਕਟ ਜਦੋਂ ਪੁਆਇੰਟ ਆਫ ਟਾਈਮ ਹੈ। ਜਿਵੇਂ ਹੀ ਹੈਡ ਟੀ ਐਟ 5 o'clock, ਉਸਨੇ 5 ਵਜੇ ਚਾਹ ਪੀਤੀ, ਤਾਂ ਪੁਆਇੰਟ ਆਫ ਟਾਈਮ ਵਾਸਤੇ ਹੈ, ਪੁਆਇੰਟ ਆਫ ਟਾਈਮ। ਫਿਰ ਹੈ ਹੀ ਕੇਮ ਐਟ ਦ ਰਾਈਟ ਟਾਈਮ। ਹੀ ਕੇਮ ਐਟ ਦਾ ਰਾਈਟ ਟਾਈਮ, ਸਹੀ ਸਮੇਂ 'ਤੇ ਆਇਆ। ਠੀਕ ਹੈ ਬਈ, ਪੁਆਇੰਟ ਆਫ ਟਾਈਮ ਹੋ ਗਿਆ। ਫਿਰ ਦੇਖੋ ਜਿਵੇਂ ਦੇਖੋ ਐਟ ਨੂਨ ਹੈ, ਜਿਵੇਂ ਨੂਨ ਦੁਪਹਿਰਾ, ਨਾਈਟ ਡਾਊਨ, ਇਹਨਾਂ ਦੇ ਨਾਲ ਨੂਨ, ਨਾਈਟ ਐਂਡ ਡਾਊਨ ਦੇ ਨਾਲ ਹਮੇਸ਼ਾ ਐਟ ਲੱਗਦਾ। ਫਿਰ ਅੱਗੇ ਦੇਖੋ, ਹੁਣ ਗੱਲ ਕਰਦੇ ਹਾਂ ਆਪਾਂ ਇਨ ਦੀ ਵਰਤੋਂ। ਠੀਕ ਹੈ। ਇਨ ਦੀ ਵਰਤੋਂ ਹੈ ਵੀ ਜਿਹੜੀ ਉਹ ਵੱਡੇ ਸ਼ਹਿਰ, ਪ੍ਰਾਂਤ ਸਟੇਟ ਮਤਲਬ, ਅਤੇ ਕੰਟਰੀ ਦੇਸ਼ਾਂ ਦੇ ਨਾਵਾਂ ਦੇ ਨਾਲ ਕੀਤੀ ਜਾਂਦੀ ਹੈ। ਜਿਵੇਂ ਦਾ ਓਲੰਪਿਕ ਗੇਮਸ ਵਰ ਹੈਲਡ ਇਨ ਐਥਨਸ। ਠੀਕ ਹੈ ਬਈ। ਦੇयर ਆਰ ਮੈਨੀ ਫਿਲਮ ਸਟੂਡੀਓਸ ਇਨ ਮੁੰਬਈ। ਠੀਕ ਹੈ ਬਈ। ਤਾਂ ਦੇਖੋ ਇਨ ਐਥਨਸ, ਇਨ ਮੁੰਬਈ, ਵੱਡੇ ਸ਼ਹਿਰ ਨੇ। ਫਿਰ ਹੈਗਾ ਬਈ ਇਨ ਦੀ ਵਰਤੋਂ ਮਹੀਨਿਆਂ ਅਤੇ ਦਿਨਾਂ ਦੇ, ਸਾਲਾਂ ਲਈ ਕੀਤੀ ਜਾਂਦੀ ਹੈ।
ਦਿਨਾਂ ਅਤੇ ਸਾਲਾਂ ਲਈ ਕੀਤੀ ਜਾਂਦੀ ਹੈ। ਜਿਵੇਂ ਦ ਰੇਨ ਸਟਾਰਟਡ ਇਨ ਜੁਲਾਈ, ਜੁਲਾਈ ਮਹੀਨਾ ਇਨ ਜੁਲਾਈ, ਠੀਕ ਹੈ ਬਈ ਰੇਨ ਸਟਾਰਟਡ ਇਨ ਜੁਲਾਈ, ਰੇਨਜ਼ ਜੁਲਾਈ ਵਿੱਚ ਸ਼ੁਰੂ ਹੋਈਆਂ। ਹਿਜ਼ ਗ੍ਰੈਂਡਫਾਦਰ ਡਾਈਡ ਇਨ 2003। ਤਾਂ ਦੇਖੋ ਇਹ ਈਅਰ ਹੈ 2003, ਇਹਦੇ ਨਾਲ ਹੋ ਗਈ। ਈਅਰ ਹੈ 2003, ਉਹਦੇ ਨਾਲ ਹੋ ਗਈ। ਜੁਲਾਈ ਮੰਥ ਹੈ, ਉਹਦੇ ਨਾਲ ਹੋ ਗਈ। ਫਿਰ ਇਨ ਦੀ ਵਰਤੋਂ ਬਈ ਇਨ ਦਾ ਮੋਰਨਿੰਗ, ਠੀਕ ਹੈ, ਇਨ ਦਾ ਮੋਰਨਿੰਗ, ਇਨ ਦਾ ਈਵਨਿੰਗ, ਇਨ ਦਾ ਆਫਟਰਨੂਨ। ਤਾਂ ਮੋਰਨਿੰਗ ਕਾਫੀ ਲੰਮਾ ਸਮਾਂ ਹੁੰਦਾ ਹੈ, ਈਵਨਿੰਗ ਵੀ ਕਾਫੀ ਲੰਮਾ ਸਮਾਂ ਹੁੰਦਾ ਹੈ, ਆਫਟਰਨੂਨ ਵੀ ਕਾਫੀ ਲੰਮਾ ਸਮਾਂ ਹੁੰਦਾ ਹੈ, ਠੀਕ ਹੈ ਬਈ। ਜਿਹੜੇ ਲੰਮੇ ਸਮੇਂ ਨੇ ਉਹਨਾਂ ਵਾਸਤੇ ਇਨ ਵਰਤਿਆ ਜਾਂਦਾ ਹੈ, ਛੋਟੇ ਸਮੇਂ ਨੇ ਉਹਨਾਂ ਵਾਸਤੇ ਐਟ ਵਰਤਿਆ ਜਾਂਦਾ ਹੈ। ਜਿਵੇਂ ਨੂਨ, ਨਾਈਟ, ਡਾਊਨ ਆਪਾਂ ਨੇ ਪਹਿਲਾਂ ਪੜ੍ਹ ਲਿਆ। ਤਾਂ ਮੋਰਨਿੰਗ ਦੇਖੋ ਕਾਫੀ ਲੰਮਾ ਵਕਫਾ ਹੁੰਦਾ ਹੈ, ਉਹਦੇ ਨਾਲ ਅਸੀਂ ਇਨ ਵਰਤਦੇ ਹਾਂ। ਅਤੇ ਈਵਨਿੰਗ ਵੀ ਕਾਫੀ ਲੰਮਾ ਵਕਫਾ ਹੁੰਦਾ ਹੈ, ਉਹਦੇ ਨਾਲ ਵੀ ਅਸੀਂ ਇਨ ਵਰਤਦੇ ਹਾਂ। ਆਫਟਰਨੂਨ ਵੀ ਇਸੇ ਤਰ੍ਹਾਂ। ਉਸ ਤੋਂ ਬਾਅਦ ਇਨ ਹੈ ਜਿਹੜਾ, ਉਹ ਕੀ ਕਰਦੇ ਹੈ, ਸਥਿਰਤਾ ਨੂੰ, ਰੈਸਟ ਨੂੰ ਪ੍ਰਗਟ ਕਰਦਾ ਹੈ। ਇਨ ਸਥਿਰਤਾ ਨੂੰ ਪ੍ਰਗਟ ਕਰਦਾ ਹੈ। ਜਿਵੇਂ ਦੇਖੋ ਹੀ ਵਾਜ਼ ਸਿਟਿੰਗ ਇਨ ਦਾ ਰੂਮ, ਜਿਵੇਂ ਕੋਈ ਚੀਜ਼ ਰੈਸਟ ਦੇ ਵਿੱਚ ਹੈ, ਸਿਟਿੰਗ ਹੈ, ਠੀਕ ਹੈ। ਉਹ ਸਿਟਿੰਗ ਨੂੰ, ਜਿਵੇਂ ਬੰਦਾ ਬੈਂਚ 'ਤੇ ਬੈਠਾ ਹੈ, ਆਪਾਂ ਕਹਾਂਗੇ ਵੀ ਹੀ ਵਾਜ਼ ਸਿਟਿੰਗ ਇਨ ਦਾ ਰੂਮ। ਤਾਂ ਜਦੋਂ ਰੈਸਟ ਦੇ ਵਿੱਚ ਹੈ, ਮੀਨਸ ਕੋਈ ਹਰਕਤ ਨਹੀਂ ਕਰ ਰਿਹਾ, ਤਾਂ ਇਨ ਵਰਤਾਂਗੇ ਆਪਾਂ, ਠੀਕ ਹੈ ਵੀ ਸਿਟਿੰਗ ਇਨ ਦਾ ਰੂਮ। ਜਿਵੇਂ ਅੰਦਰ ਹੈ ਕਮਰੇ ਦੇ ਵਿੱਚ, ਸਿਟਿੰਗ ਇਨ ਦਾ ਰੂਮ ਰੈਸਟ ਨੂੰ ਪ੍ਰਗਟ ਕਰਦਾ, ਠੀਕ ਹੈ ਬਈ। ਫਿਰ ਹੈਗਾ ਇਨ ਦੀ ਵਰਤੋਂ ਭਵਿੱਖ ਦੇ ਅਰਥ ਵਿੱਚ ਕਿਸੇ ਅਵਧੀ ਦੇ ਅੰਤ ਨੂੰ ਸੂਚਿਤ ਕਰਨ ਲਈ ਕੀਤੀ ਜਾਂਦੀ ਹੈ, ਠੀਕ ਹੈ। ਕਿਸੇ ਅਵਧੀ ਹੈ, ਕੋਈ ਸਮਾਂ, ਉਹਦਾ ਜਿਹੜਾ ਅੰਤ ਹੈ, ਉਹਦਾ ਅਖੀਰ ਹੈ, ਮਤਲਬ ਅੰਤ ਹੈ, ਜਿਹੜਾ ਐਂਡ ਹੈ, ਉਹਨੂੰ ਕੀਤੀ ਜਾਂਦੀ ਹੈ। ਜਿਵੇਂ ਆਈ ਸ਼ੈਲ ਰਿਟਰਨ ਇਨ ਅ ਵੀਕ, ਆਈ ਸ਼ੈਲ ਰਿਟਰਨ ਇਨ ਅ ਵੀਕ, ਇਹਦਾ ਮਤਲਬ ਹੋ ਗਿਆ ਐਂਡ ਆਫ ਏ ਵੀਕ, ਮਤਲਬ ਇਨ ਦੇ ਐਂਡ ਦੇ ਵਿੱਚ ਆ ਜਾਊਗਾ ਉਹ। ਇਨ ਦੀ ਜਿੱਥੇ ਇਨ ਦੀ ਵਰਤੋਂ ਕਰਾਂਗੇ ਉੱਥੇ ਹੋਊਗਾ ਐਂਡ, ਵੀਕ ਦੇ ਐਂਡ ਦੇ ਵਿੱਚ ਆਊਗਾ। ਇਨ ਏ ਵੀਕ ਮਤਲਬ ਐਂਡ ਦੇ ਵਿੱਚ ਆਊਗਾ, ਠੀਕ ਹੈ। ਇਨ ਦੀ ਵਰਤੋਂ ਇਸ ਅਰਥ ਦੇ ਨਾਲ ਕੀਤੀ ਜਾਂਦੀ ਹੈ, ਇਸ ਲਹਿਜੇ ਦੇ ਨਾਲ ਕੀਤੀ ਜਾਂਦੀ ਹੈ। ਫਿਰ ਆਪਾਂ ਇਨਟੂ ਦਾ ਯੂਜ਼ ਦੇਖਦੇ ਹਾਂ। ਇਨਟੂ, ਠੀਕ ਹੈ। ਜਿਵੇਂ ਇਨ ਹੈ, ਇਨ ਮਤਲਬ ਰੈਸਟ ਦੇ ਵਿੱਚ ਹੈ, ਤਾਂ ਇਨਟੂ ਹੈ ਜਿਹੜਾ ਜਦੋਂ ਗਤੀ ਦੇ ਵਿੱਚ ਹੋਵੇ ਕੋਈ ਚੀਜ਼, ਜਦੋਂ ਕੋਈ ਚੀਜ਼ ਗਤੀ ਦੇ ਵਿੱਚ ਹੋਵੇ, ਤਾਂ ਆਪਾਂ ਇਸ ਉਦਾਹਰਨ ਦੇ ਨਾਲ ਸਮਝਦੇ ਹਾਂ। ਇਨਟੂ ਅੰਦਰ ਦੀ ਤਰਫ ਗਤੀ ਜਾਂ ਮੋਸ਼ਨ ਕਹਿ ਲਓ, ਉਹਨੂੰ ਨੂੰ ਪ੍ਰਗਟ ਕਰਦਾ। ਜਿਵੇਂ ਫੌਕਸ ਫੈਲ ਇਨਟੂ ਦਾ ਬੈਲ, ਦਾ ਫੌਕਸ ਫੈਲ ਇਨਟੂ ਦਾ ਬੈਲ। ਤਾਂ ਫੈਲ ਮਤਲਬ ਜਦੋਂ ਡਿੱਗ ਰਹੀ ਹੈ ਉਹ, ਇਨਟੂ ਦਾ ਮਤਲਬ ਕੀ ਹੈ ਵੀ ਜਦੋਂ ਵਿੱਚ ਡਿੱਗ ਰਹੀ ਹੈ, ਉਹ ਇਨਟੂ ਹੈ, ਠੀਕ ਹੈ। ਜੇਕਰ ਉਹ ਮੰਨ ਲਓ ਬੈਲ ਦੇ ਵਿੱਚ ਹੈ, ਹੁਣ ਦੇਖੋ ਕੋਈ ਬੈਲ ਹੈ, ਆਹ ਬੈਲ ਹੈ, ਮੰਨ ਲਓ ਬੈਲ ਦੇ ਵਿੱਚ ਕੈਟ ਹੈ ਇੱਥੇ, ਤਾਂ ਜੇ ਤਾਂ ਉਹ ਕੀ ਹੈ ਇੱਥੇ ਬੈਠੀ ਹੈ, ਤਾਂ ਇਨ ਹੈ, ਇਨ ਦਾ ਬੈਲ। ਜਦੋਂ ਉਹ ਉੱਤੋਂ ਆ ਰਹੀ ਹੈ, ਮੰਨ ਲਓ ਇੱਥੋਂ ਡਿੱਗ ਰਹੀ ਹੈ ਉਹ, ਤਾਂ ਫੈਲ ਇਨਟੂ ਦਾ, ਡਿੱਗ ਮਤਲਬ ਉਹਦੇ ਵਿੱਚ ਜਦੋਂ ਜਾ ਰਹੀ ਹੈ ਜਿੰਨਾ ਚਿਰ, ਠੀਕ ਹੈ, ਉਹ ਇਨਟੂ ਹੋਊਗਾ, ਠੀਕ ਹੈ। ਵਿੱਚ ਡਿੱਗ ਪਈ, ਇਨਟੂ ਦਾ ਬੈਲ, ਵਿੱਚ ਡਿੱਗ ਪਈ, ਇਨਟੂ ਦਾ ਬੈਲ। ਜੇਕਰ ਵਿੱਚ ਹੈਗੀ ਹੈ ਤਾਂ ਫਿਰ ਇਨ ਦਾ ਬੈਲ ਹੋਊਗੀ, ਠੀਕ ਹੈ ਬਈ। ਫਿਰ ਔਨ ਦੀ ਵਰਤੋਂ ਮਿਤੀਆਂ, ਡੇਟਸ ਅਤੇ ਦਿਨਾਂ ਦੇ ਨਾਵਾਂ ਨਾਲ ਕੀਤੀ ਜਾਂਦੀ ਹੈ।
ਔਨ ਦੀ ਵਰਤੋਂ ਨਾ ਕੀ ਹੈ ਮਿਤੀਆਂ ਅਤੇ ਦਿਨਾਂ ਦੇ ਨਾਮਾਂ ਨਾਲ ਕੀਤੀ ਜਾਂਦੀ ਹੈ। ਜਿਵੇਂ ਆਈ ਸ਼ੈਲ ਗੋ ਟੂ ਦਿੱਲੀ ਔਨ ਸੰਡੇ, ਠੀਕ ਹੈ, ਦਿਨਾਂ ਦੇ ਨਾਵਾਂ ਨਾਲ। ਜੇ ਡੇ ਹੈ ਕੋਈ, ਔਨ ਮੰਡੇ, ਔਨ ਟਿਊਜ਼ਡੇ, ਔਨ ਕੀ ਹੈ ਥਰਸਡੇ, ਫਰਾਈਡੇ, ਸੈਚਰਡੇ, ਸੰਡੇ, ਔਨ ਦੇ ਵਿੱਚ ਹੈਗਾ ਜਿਹੜਾ। ਤੇ ਆਵਰ ਐਗਜ਼ਾਮੀਨੇਸ਼ਨਸ ਬਿਗਨਸ ਔਨ 24 ਜੁਲਾਈ, ਤਾਂ ਔਨ 1 ਜੁਲਾਈ, ਔਨ 2 ਜੁਲਾਈ, ਔਨ 3 ਜੁਲਾਈ, ਇਸ ਤਰ੍ਹਾਂ, ਠੀਕ ਹੈ ਬਈ, ਉੱਥੇ ਔਨ ਲੱਗਦਾ। ਅੱਗੇ ਦੇਖੋ, ਤਾਂ ਯੂਜ਼ ਆਫ ਔਨ। ਔਨ ਸਥਿਰਤਾ ਮਤਲਬ ਰੈਸਟ ਨੂੰ ਪ੍ਰਗਟ ਕਰਦਾ। ਸਥਿਰਤਾ, ਕੋਈ ਚੀਜ਼ ਸਥਿਰ ਪਈ ਹੈ ਉਹਦੇ ਵਿੱਚ, ਠੀਕ ਹੈ ਬਈ। ਜਿਵੇਂ ਇਨ ਸੀਗਾ, ਇਨ ਵੀ ਰੈਸਟ ਨੂੰ ਕਰਦਾ ਸੀਗਾ, ਪਰ ਇਨ ਕਿਸੇ ਚੀਜ਼ ਦੇ ਵਿੱਚ ਹੁੰਦੀ, ਜੇ ਕੋਈ ਚੀਜ਼ ਵਿੱਚ ਹੁੰਦੀ ਹੈ ਤਾਂ ਇਨ, ਜੇ ਕੋਈ ਉੱਤੇ ਪਈ ਚੀਜ਼ ਹੈ ਤਾਂ ਫਿਰ ਉਹਨੂੰ ਆਪਾਂ ਔਨ ਕਹਾਂਗੇ। ਜਿਵੇਂ ਬੁੱਕ ਇਜ਼ ਔਨ ਦਾ ਟੇਬਲ, ਠੀਕ ਹੈ, ਤੁਹਾਡੇ ਸਾਹਮਣੇ ਬੁੱਕ ਪਈ ਹੈ, ਬੁੱਕ ਇਜ਼ ਔਨ ਦਾ ਟੇਬਲ। ਇਹ ਕੋਈ ਚੀਜ਼ ਉੱਤੇ ਪਈ ਹੈ, ਜਿਵੇਂ ਬੁੱਕ ਇਜ਼ ਔਨ ਦਾ ਬੈੱਡ, ਤਾਂ ਉਸ ਤਰ੍ਹਾਂ। ਫਿਰ ਜੇ ਆਪਾਂ ਅਪੌਨ ਦੀ ਗੱਲ ਕਰੀਏ, ਅਪੌਨ ਉੱਪਰ ਦੀ ਤਰਫ ਗਤੀ ਜਾਂ ਮੋਸ਼ਨ ਨੂੰ ਪ੍ਰਗਟ ਕਰਦਾ ਹੈ। ਜੇ ਕੋਈ ਚੀਜ਼ ਉੱਪਰ ਨੂੰ, ਜਿਵੇਂ ਦੇਖੋ ਐਗਜ਼ਾਮਪਲ ਲਵਾਂਗੇ ਆਪਾਂ, ਦ ਕੈਟ ਜੰਪਡ ਅਪੌਨ ਦਾ ਟੇਬਲ। ਕੈਟ ਜੰਪਡ ਅਪੌਨ ਦਾ ਟੇਬਲ, ਨੀਚੇ ਤੋਂ ਉੱਪਰ ਵੱਲ ਨੂੰ ਜਦੋਂ, ਜੰਪਡ ਅਪੌਨ ਦਾ ਟੇਬਲ, ਠੀਕ ਹੈ। ਜਿਵੇਂ ਤਾਂ ਸਮਝ ਗਏ ਹੋਣੇ ਤੁਸੀਂ ਵੀ ਟੇਬਲ ਹੈ, ਮੰਨ ਲਓ ਕੋਈ ਇੱਥੇ ਕੋਈ ਟੇਬਲ ਹੈ, ਉਹਦੇ ਉੱਤੋਂ ਕੋਈ ਮੰਨ ਲਓ ਕੈਟ ਹੈ ਉੱਤੇ, ਜੰਪਡ ਅਪੌਨ, ਇੱਥੇ ਜਦੋਂ ਜੰਪ ਮਾਰਦੀ ਹੈ ਉਹ, ਤਾਂ ਜਿੰਨਾ ਚਿਰ ਉਹ ਮੋਸ਼ਨ ਦੇ ਵਿੱਚ ਹੈ, ਅਪੌਨ ਹੈ, ਠੀਕ ਹੈ ਬਈ, ਉੱਪਰ ਦੀ ਤਰਫ ਗਤੀ ਹੈ, ਤਾਂ ਉਹਨੂੰ ਕਹਿੰਦੇ ਆ ਜੰਪਡ ਅਪੌਨ ਦਾ ਟੇਬਲ, ਠੀਕ ਹੈ। ਉੱਪਰ ਦੀ ਤਰਫ ਗਤੀ ਜਾਂ ਮੋਸ਼ਨ ਨੂੰ ਪ੍ਰਗਟ ਕਰਦਾ ਉਹ।